हाँ जी, सत श्री अकाल जी सारिਆਂ ਨੂੰ। सो स्वागत है ਤੁਹਾਡਾ ਸਾਡੇ YouTube ਚੈਨਲ जीके फैन ਵਿੱਚ। सो ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮੈਂ ਪੰਜਾਬ ਪਟਵਾਰੀ ਐਗਜ਼ਾਮ ਲਈ ਮੋਸਟ ਇੰਪੋਰਟੈਂਟ 1000 ਕੁਐਸਚਨ ਦੀ ਸੀਰੀਜ਼ ਸਟਾਰਟ ਕੀਤੀ ਹੋਈ ਹੈ। ਸੋ ਜਿਸ ਦੇ ਫਸਟ 2 ਪਾਰਟ ਮੈਨੇ ਆਲਰੇਡੀ ਅਪਲੋਡ ਕਰ ਦਿੱਤੇ ਨੇ। ਸੋ ਇਹ ਸੀਰੀਜ਼ ਦਾ ਮੈਂ ਪਾਰਟ 3 ਅੱਜ ਤੁਹਾਡੇ ਲਈ ਲੈ ਕੇ ਆ ਰਿਹਾ। ਸੋ ਜਿਹੜੇ ਵੀ ਸਟੂਡੈਂਟਸ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨੂੰ ਸਬਸਕ੍ਰਾਈਬ ਕਰ ਲਓ। ਸੋ ਉਸ ਦੇ ਨਾਲ ਬੈਲ ਆਈਕਨ ਆ ਰਿਹਾ ਉਸ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੇ ਸਾਰੇ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ। और काफ़ी ਜਿਹੜੇ ਸਟੂਡੈਂਟਸ ਦੀ ਰਿਕੁਐਸਟ ਆ ਰਹੀ ਸੀ ਕਿ ਸਰ ਸਿਲੇਬਸ ਦੱਸੋ ਸੋ ਪੰਜਾਬ ਪਟਵਾਰੀ ਦਾ ਆਪਾਂ ਸਿਲੇਬਸ ਡਿਸਕਸ ਕਰ ਲੈਂਦੇ ਹਾਂ। ਸੋ ਉਸ ਤੋਂ ਬਾਅਦ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਸੋ ਇਹ ਦੇਖ ਸਕਦੇ ਹੋ ਜੀ, ਇਹ ਹੈਗਾ ਜੀ ਸਿਲੇਬਸ ਪੰਜਾਬ ਪਟਵਾਰੀ ਐਗਜ਼ਾਮ ਦਾ। ਸੋ ਟੋਟਲ ਮਾਰਕਸ ਦਿੱਤੇ ਹੋਏ ਨੇ ਜੀ 120, ਠੀਕ ਹੈ। 120 ਨੰਬਰ ਦਾ ਪੇਪਰ ਹੋਏਗਾ ਜਿਸ ਦੇ ਵਿੱਚੋਂ 20 ਨੰਬਰ ਦੀ ਕਹਿ ਰਹੇ ਨੇ ਕਿ ਜਰਨਲ ਨੌਲੇਜ ਐਂਡ ਅਵੇਅਰਨੈਸ, ਠੀਕ ਹੈ, ਜਿਸ ਦੇ ਵਿੱਚ ਕੀ ਹੈ ਕਰੰਟ ਅਫੇਅਰਸ ਵੀ ਹੋਏਗੀ ਔਰ ਪੰਜਾਬ ਐਂਡ ਇੰਡੀਆ ਦੀ ਜਰਨਲ ਨੌਲੇਜ ਹੋਏਗੀ। ਸੋ ਇਹ ਆਏਗੀ ਜੀ 20 ਮਾਰਕਸ ਦੀ, ਠੀਕ ਹੈ। ਉਹ ਐਸ ਦੀ ਤੁਹਾਨੂੰ ਕੀ ਹੈ PDF ਚਾਹੀਦੀ ਹੈ ਤਾਂ ਮੈਂ ਤੁਹਾਨੂੰ PDF ਪਾ ਦੂੰਗਾ ਸਾਡੇ ਟੈਲੀਗ੍ਰਾਮ ਗਰੁੱਪ ਦੇ ਵਿੱਚ। ਔਰ ਉਸ ਤੋਂ ਬਾਅਦ ਦਿੱਤੀ ਹੋਈ ਜੀ ਮੈਂਟਲ ਅਬਿਲਿਟੀ, ਜਿਸ ਨੂੰ ਆਪਾਂ ਰੀਜ਼ਨਿੰਗ ਵੀ ਕਹਿ ਦਿੰਦੇ ਹਾਂ। ਸੋ 15 ਨੰਬਰ ਦੀ ਆਊਗੀ ਜੀ ਰੀਜ਼ਨਿੰਗ ਔਰ 30 ਨੰਬਰ ਦਾ ਆਏਗਾ ਜੀ ਕੁਆਂਟੀਟਿਵ ਐਪਟੀਟਿਊਡ, ਠੀਕ ਹੈ। 30 ਨੰਬਰ ਦਾ ਆਏਗਾ ਕੁਆਂਟੀਟਿਵ ਐਪਟੀਟਿਊਡ। ਨੈਕਸਟ ਹੈਗੀ ਜੀ ਲੈਂਗੁਏਜਸ ਕਿਹੜੀ ਆਉਣਗੀਆਂ। 20 ਨੰਬਰ ਦੀ ਆਏਗੀ ਇੰਗਲਿਸ਼ ਐਂਡ ਪੰਜਾਬੀ, ਠੀਕ ਹੈ। ਇੰਗਲਿਸ਼ ਐਂਡ ਪੰਜਾਬੀ 20 ਨੰਬਰ ਦੀ ਆਏਗੀ। ਨੈਕਸਟ ਹੈਗਾ ਜੀ ਕੰਪਿਊਟਰਸ, ਜਿਸ ਨੂੰ ਅਸੀਂ ਇਨਫੋਰਮੇਸ਼ਨ ਟੈਕਨੋਲੋਜੀ ਕਹਿ ਦਿੰਦੇ ਹਾਂ, ਠੀਕ ਹੈ ਜੀ। ਸੋ IT ਦਾ ਸਬਜੈਕਟ ਕਿੰਨੇ ਨੰਬਰ ਦਾ ਆਏਗਾ 15 ਮਾਰਕਸ ਦਾ। ਹੁਣ ਨੈਕਸਟ ਦਿੱਤਾ ਹੈ ਜੀ ਐਗਰੀਕਲਚਰ ਦਿੱਤੀ ਹੋਈ 10 ਨੰਬਰ ਦੀ ਔਰ ਪੰਜਾਬ ਹਿਸਟਰੀ ਐਂਡ ਕਲਚਰ, ਠੀਕ ਹੈ। ਪੰਜਾਬ ਹਿਸਟਰੀ ਐਂਡ ਕਲਚਰ ਇਹ ਵੀ ਹੈਗਾ ਜੀ 10 ਨੰਬਰ ਦਾ। ਸੋ ਅੱਜ ਦੀ ਜਿਹੜੀ ਵੀਡੀਓ ਹੈ ਉਹਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੀ ਇਨਫੋਰਮੇਸ਼ਨ ਟੈਕਨੋਲੋਜੀ, ਠੀਕ ਹੈ, ਜਿਹੜੇ 15 ਨੰਬਰ ਦੀਆਂ ਆਉਣੀਆਂ। ਸੋ ਅੱਜ ਆਪਾਂ ਸਾਰੇ ਕੰਪਿਊਟਰ ਦੇ ਜਿਹੜੇ ਬਿਲਕੁਲ ਬੇਸਿਕਸ ਤੋਂ ਸਟਾਰਟ ਕਰੂੰਗਾ ਕੰਪਿਊਟਰ ਸਾਇੰਸ। ਸੋ ਚਲਿਏ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ। ਸੋ ਪਹਿਲਾ ਕੁਐਸਚਨ ਦੇਖਦੇ ਹਾਂ ਜੀ ਕੰਪਿਊਟਰ ਦਾ। ਸੋ ਪਹਿਲਾ ਕੰਪਿਊਟਰ ਹੈਗਾ ਹੂ ਪ੍ਰੋਗਰਾਮਿੰਗ ਦਾ ਫਰਸਟ ਕੰਪਿਊਟਰ ਗੇਮ ਸਪੇਸ ਵਾਰ ਇਨ 1962। 1962 ਦੇ ਵਿੱਚ ਪਹਿਲੀ ਕੰਪਿਊਟਰ ਗੇਮ ਬਣਾਈ ਗਈ ਸੀ ਜਿਸ ਦਾ ਨਾਮ ਸੀ ਸਪੇਸ ਵਾਰ। ਉਸ ਦੀ ਪ੍ਰੋਗਰਾਮਿੰਗ ਕਿਸ ਨੇ ਕੀਤੀ ਸੀ, ਬਣਾਈ ਕਿਸ ਨੇ ਸੀ? ਸੋ ਉਹਨਾਂ ਦਾ ਨਾਮ ਹੈਗਾ ਜੀ ਸਟੀਵ ਰੋਸੇਲ, ਠੀਕ ਹੈ। ਕੀ ਨਾਮ ਉਹਨਾਂ ਦਾ? ਸਟੀਵ ਰੋਸੇਲ। ਇਹਨਾਂ ਨੇ ਬਣਾਈ ਸੀ ਸਪੇਸ ਵਾਰ ਗੇਮ 1962 ਦੇ ਵਿੱਚ, ਪਹਿਲੀ ਕੰਪਿਊਟਰ ਗੇਮ ਸੀ ਇਹ। ਸੋ ਨੈਕਸਟ ਦੇਖਦੇ ਹਾਂ ਜੀ ਫਾਦਰ ਆਫ ਸੁਪਰ ਕੰਪਿਊਟਰ, ਠੀਕ ਹੈ ਜੀ। ਇੱਥੇ ਕੰਪਿਊਟਰ ਦੀ ਗੱਲ ਨਹੀਂ ਪੁੱਛ ਰਹੀ। ਅਗਰ ਉੱਥੇ ਹੈਗਾ ਹੂ ਇਜ਼ ਦਾ ਫਾਦਰ ਆਫ ਕੰਪਿਊਟਰ ਤਾਂ ਫਾਦਰ ਆਫ ਕੰਪਿਊਟਰ ਹੈਗਾ ਚਾਰਲਸ ਬੈਬੇਜ, ਠੀਕ ਹੈ ਜੀ, ਚਾਰਲਸ ਬੈਬੇਜ। ਇੱਥੇ ਪੁੱਛਿਆ ਜੀ ਹੂ ਇਜ਼ ਨੋਨ ਐਜ਼ ਦਾ ਫਾਦਰ ਆਫ ਸੁਪਰ ਕੰਪਿਊਟਰ। ਸੋ ਸੁਪਰ ਕੰਪਿਊਟਰ ਦੀ ਗੱਲ ਹੋ ਰਹੀ ਹੈ। ਸੁਪਰ ਕੰਪਿਊਟਰ ਦੇ ਜਿਹੜੇ ਫਾਦਰ ਨੇ ਉਹਨਾਂ ਦਾ ਨਾਮ ਹੈਗਾ ਸਾਈਮੋਰ ਕਰੇ, ਠੀਕ ਹੈ ਜੀ, ਸਾਈਮੋਰ ਕਰੇ। ਫਾਦਰ ਕਿਉਂ ਕਹਿੰਦੇ ਆ? ਜਿਨ੍ਹਾਂ ਨੇ ਬਣਾਈ ਹੁੰਦੀ ਹੈ, ਕਿਹਨਾਂ ਨੇ ਵੀ ਕੋਈ ਚੀਜ਼ ਫਾਊਂਡੇਸ਼ਨ ਕੀਤੀ ਹੁੰਦੀ ਹੈ ਉਹਨਾਂ ਨੂੰ ਉਸ ਚੀਜ਼ ਦਾ ਫਾਦਰ ਕਹਿ ਦਿੰਦੇ ਆ, ਠੀਕ ਹੈ ਜੀ। ਸੋ ਫਾਦਰ ਆਫ ਸੁਪਰ ਕੰਪਿਊਟਿੰਗ ਕੌਣ ਹੈ? ਸੀਮੋਰ ਕਰੇ। ਅਗਰ ਸਿੰਪਲ ਪੁੱਛਦੇ ਆ ਕਿ ਫਾਦਰ ਆਫ ਕੰਪਿਊਟਰ ਫਿਰ ਹੈਗਾ ਚਾਰਲਸ ਬੈਬੇਜ, ਠੀਕ ਹੈ। ਸੋ ਨੈਕਸਟ ਕੁਐਸਚਨ ਦੇਖਦੇ ਹਾਂ। ਨੈਕਸਟ ਹੈਗਾ ਜੀ ਹੂ ਕ੍ਰੀਏਟਡ ਸੀ ਪ੍ਰੋਗਰਾਮਿੰਗ ਲੈਂਗੁਏਜ, ਠੀਕ ਹੈ। ਸੀ ਪ੍ਰੋਗਰਾਮਿੰਗ ਲੈਂਗੁਏਜ ਹੈ ਉਹ ਕਿਹਨਾਂ ਨੇ ਕ੍ਰੀਏਟ ਕੀਤੀ ਸੀ? ਉਹ ਕੀਤੀ ਹੈ ਜੀ ਡੈਨਿਸ ਰੀਚੇ ਨੇ, ਠੀਕ ਹੈ। ਡੈਨਿਸ ਰੀਚੇ ਨੇ ਕ੍ਰੀਏਟ ਕੀਤੀ ਹੈ ਸੀ ਪ੍ਰੋਗਰਾਮਿੰਗ ਲੈਂਗੁਏਜ। ਸੋ ਨੈਕਸਟ ਕੁਐਸਚਨ ਦੇਖਦੇ ਹਾਂ। ਨੈਸਕੋਮ ਨੈਸ਼ਨਲ ਐਸੋਸੀਏਸ਼ਨ ਆਫ ਸੌਫਟਵੇਅਰ ਐਂਡ ਸਰਵਿਸਿਜ਼ ਕੰਪਨੀਜ਼ ਵਾਜ਼ ਐਸਟੈਬਲਿਸ਼ਡ। ਜਿਹੜੀ ਨੈਸਕੋਮ ਹੈ ਇਹ ਕਦੋਂ ਸਟੈਬਲਿਸ਼ ਹੋਈ ਸੀ, ਕਿਹੜੇ ਸਾਲ ਦੇ ਵਿੱਚ ਹੋਈ ਸੀ? ਨੈਸਕੋਮ ਹੋਈ ਸੀ ਸਟੈਬਲਿਸ਼ 1988 ਦੇ ਵਿੱਚ, ਠੀਕ ਹੈ। ਫੁੱਲ ਫੋਰਮ ਯਾਦ ਰੱਖਣੀ ਹੈ ਨੈਸ਼ਨਲ ਐਸੋਸੀਏਸ਼ਨ ਆਫ ਸੌਫਟਵੇਅਰ ਐਂਡ ਸਰਵਿਸਿਜ਼ ਕੰਪਨੀਜ਼, ਠੀਕ ਹੈ। ਨੈਕਸਟ ਕੁਐਸਚਨ ਦੇਖਦੇ ਹਾਂ ਹੂ ਇਜ਼ ਫਾਦਰ ਆਫ ਇੰਟਰਨੈਟ। ਇੰਟਰਨੈਟ ਦੇ ਫਾਦਰ ਕੌਣ ਨੇ? ਸੋ ਲਾਸਟ ਟਾਈਮ ਇਸ ਤਰ੍ਹਾਂ ਦੇ ਕੁਐਸਚਨ ਆਏ ਸੀਗੇ PSPCL LDC ਐਗਜ਼ਾਮ ਦੇ ਵਿੱਚ। LDC ਐਂਡ UDC ਐਗਜ਼ਾਮ ਹੋਇਆ ਸੀ ਉਸ ਟਾਈਮ 'ਤੇ, ਪਰ ਇਸ ਤਰ੍ਹਾਂ ਦੇ ਕੁਐਸਚਨ ਆਏ ਸੀ ਐਗਜ਼ਾਮ ਦੇ ਵਿੱਚ। ਫਾਦਰ ਆਫ ਇੰਟਰਨੈਟ ਹੈਗੇ ਨੇ ਜੀ ਵਿੰਟ ਸਰਫ, ਠੀਕ ਹੈ ਜੀ, ਵਿੰਟ ਸਰਫ, ਇਹ ਇੰਪੋਰਟੈਂਟ ਹੈ। ਨੈਕਸਟ ਹੈਗਾ ਜੀ ਵਿਚ ਵਨ ਇਜ਼ ਦਾ ਫਸਟ ਹਾਈ ਲੈਵਲ ਪ੍ਰੋਗਰਾਮਿੰਗ ਲੈਂਗੁਏਜ। ਸੋ ਸਭ ਤੋਂ ਪਹਿਲੀ ਜਿਹੜੀ ਹਾਈ ਲੈਵਲ ਲੈਂਗੁਏਜ ਸੀ ਉਹ ਕਿਹੜੀ ਸੀ? ਇਹ ਹੈਗੀ ਸੀ ਜੀ ਫੋਰਟਰਾਨ, ਠੀਕ ਹੈ। ਕਿਹੜੀ ਲੈਂਗੁਏਜ ਸੀ? ਫੋਰਟਰਾਨ। ਸਭ ਤੋਂ ਪਹਿਲਾਂ ਜਦੋਂ ਕੰਪਿਊਟਰ ਬਣੇ ਨੇ ਉੱਥੇ ਲੋ ਲੈਵਲ ਲੈਂਗੁਏਜ ਹੁੰਦੀ ਸੀ। ਲੋ ਲੈਵਲ ਲੈਂਗੁਏਜ ਕਹਿ ਦਿੰਦੇ ਨੇ ਜਿਹਦੇ ਵਿੱਚ ਸਿਰਫ 0 ਜਾਂ 1 ਹੁੰਦੀ ਸੀ, ਠੀਕ ਹੈ। 2 ਡਿਜਿਟਸ ਹੁੰਦੇ ਸੀਗੇ 0 1, ਠੀਕ ਹੈ। ਉਹ ਸਿਰਫ ਕੰਪਿਊਟਰ ਅੰਡਰਸਟੈਂਡ ਕਰ ਸਕਦਾ ਸੀ, ਉਸ ਨੂੰ ਰੀਡ ਕਰਨਾ ਬਹੁਤ ਮੁਸ਼ਕਿਲ ਸੀਗਾ। ਸੋ ਉਸ ਤੋਂ ਬਾਅਦ ਇਹਨਾਂ ਨੇ ਕਿ ਅਸੈਂਬਲੀ ਲੈਂਗੁਏਜ ਬਣਾਈ। ਅਸੈਂਬਲੀ ਲੈਂਗੁਏਜ ਵਿੱਚ ਕਿ ਕੁਛ ਮਨੀਮੋਨਿਕ ਕੋਡਸ ਬਣਾਤੇ, ਠੀਕ ਹੈ। ਦੇਖਣ 'ਚ ਕੁਛ ਇੰਗਲਿਸ਼ ਦੀ ਤਰ੍ਹਾਂ ਲੱਗਦੀ ਸੀ, ਕੁਛ ਕੋਡ ਬਣਾਤੇ ਇਹਨਾਂ ਨੇ, ਠੀਕ ਹੈ। ਐਂਡ ਉਸ ਤੋਂ ਬਾਅਦ ਆਈ ਜੀ ਹਾਈ ਲੈਵਲ ਲੈਂਗੁਏਜ। ਹਾਈ ਲੈਵਲ ਲੈਂਗੁਏਜ ਬਿਲਕੁਲ ਇੰਗਲਿਸ਼ ਦੀ ਤਰ੍ਹਾਂ ਸਿਮਿਲਰ ਹੈ, ਇਸ ਨੂੰ ਰੀਡ ਕਰਨਾ ਸੌਖਾ ਹੈ।
ਹਿਊਮਨ ਪਰਸਨ ਇਸ ਨੂੰ ਈਜ਼ੀਲੀ ਰੀਡ ਕਰ ਸਕਦਾ ਹੈ। ਸੋ ਜਿਹੜੇ ਤੁਸੀਂ ਲੈਂਗੁਏਜ ਦੇਖ ਰਹੇ ਹੋ ਇਹ ਸਾਰੀਆਂ C++, ਜਾਵਾ, ਇਹ ਸਾਰੀਆਂ ਹੈਗੀਆਂ ਨੇ ਹਾਈ ਲੈਵਲ ਲੈਂਗੁਏਜ। ਸਭ ਤੋਂ ਪਹਿਲੀ ਜਿਹੜੀ ਹਾਈ ਲੈਵਲ ਲੈਂਗੁਏਜ ਸੀ ਉਹ ਹੈਗੀ ਸੀ ਫੋਰਟਰਾਨ, ਠੀਕ ਹੈ। ਨੈਕਸਟ ਕੁਐਸਚਨ ਦੇਖਦੇ ਹਾਂ। ਫਸਟ ਵਰਡ ਪ੍ਰੋਸੈਸਰ, ਪਹਿਲਾ ਵਰਡ ਪ੍ਰੋਸੈਸਰ ਕਿਹੜਾ ਸੀ? ਵਰਡ ਸਟਾਰ, ਠੀਕ ਹੈ। ਜਿਸ ਤਰ੍ਹਾਂ ਹੁਣ ਅਸੀਂ MS ਵਰਡ ਯੂਜ਼ ਕਰਦੇ ਹਾਂ, ਸੋ ਸਭ ਤੋਂ ਪਹਿਲਾਂ ਸੀ ਜਿਹੜਾ ਵਰਡ ਪ੍ਰੋਸੈਸਰ ਉਸਦਾ ਨਾਮ ਕੀ ਸੀ? ਉਹਦਾ ਨਾਮ ਸੀ ਵਰਡ ਸਟਾਰ। ਨੈਕਸਟ ਕੁਐਸਚਨ ਦੇਖਦੇ ਹਾਂ। ਇੰਡੀਆਜ਼ ਫਸਟ ਸੁਪਰ ਕੰਪਿਊਟਰ ਪਰਮ 8000 ਵਾਜ਼ ਇੰਸਟਾਲਡ ਇਨ। ਸੋ ਇੰਡੀਆ ਦਾ ਸਭ ਤੋਂ ਪਹਿਲਾ ਜਿਹੜਾ ਸੁਪਰ ਕੰਪਿਊਟਰ ਸੀ ਉਸਦਾ ਨਾਮ ਸੀ ਪਰਮ 8000, ਠੀਕ ਹੈ। ਸੋ ਇਹ ਕਿਹੜੇ ਸਾਲ ਦੇ ਵਿੱਚ ਇੰਸਟਾਲ ਹੋਇਆ? ਇਹ ਹੋਇਆ ਜੀ 1991 ਦੇ ਵਿੱਚ, ਠੀਕ ਹੈ। ਪਹਿਲਾ ਸੁਪਰ ਕੰਪਿਊਟਰ ਇੰਡੀਆ ਦਾ 1991 ਦੇ ਵਿੱਚ ਆਇਆ ਸੀ। ਸੋ ਇਹ 1991 ਦੇ ਵਿੱਚ ਹੀ ਮੇਰੀ ਬਰਥ ਡੇਟ ਹੈ ਜੀ, ਮੇਰਾ ਜਨਮ ਹੈ ਜੀ 1991 ਦਾ। ਸੋ ਤੁਸੀਂ ਇਸ ਤਰ੍ਹਾਂ ਯਾਦ ਕਰ ਲਓ, ਠੀਕ ਹੈ। ਸੋ ਸੁਪਰ ਕੰਪਿਊਟਰ ਕਦੋਂ ਇੰਸਟਾਲ ਹੋਇਆ ਫਸਟ ਟਾਈਮ ਇੰਡੀਆ ਦੇ ਵਿੱਚ? 1991। ਸੋ ਨੈਕਸਟ ਦੇਖਦੇ ਹਾਂ। ਨੈਕਸਟ ਹੈਗਾ ਜੀ ਹੂ ਡਿਵੈਲਪ ਜਾਵਾ ਲੈਂਗੁਏਜ। ਜਾਵਾ ਕਿਹਨਾਂ ਨੇ ਡਿਵੈਲਪ ਕੀਤੀ ਹੈ? ਜਾਵਾ ਕੀਤੀ ਜੇਮਸ ਗੋਸਲਿੰਗ, ਠੀਕ ਹੈ। ਜਾਵਾ ਡਿਵੈਲਪ ਕਿਹਨੇ ਕੀਤੀ? ਜੇਮਸ ਗੋਸਲਿੰਗ। ਇਹ ਵੀ ਇੰਪੋਰਟੈਂਟ ਕੁਐਸਚਨ ਹੈ। ਵਿਚ ਵਨ ਇਜ਼ ਅ ਵੋਲੇਟਾਈਲ ਮੈਮਰੀ ਇਨ ਕੰਪਿਊਟਰ ਸਿਸਟਮ। ਸੋ ਦੋ ਤਰ੍ਹਾਂ ਦੀ ਮੈਮਰੀ ਹੁੰਦੀ ਹੈ ਕੰਪਿਊਟਰ ਦੇ ਵਿੱਚ, ਇੱਕ ਹੁੰਦੀ ਜੀ ਵੋਲੇਟਾਈਲ, ਇੱਕ ਹੁੰਦੀ ਹੈ ਨੋਨ ਵੋਲੇਟਾਈਲ। ਵੋਲੇਟਾਈਲ ਤਾਂ ਉਹ ਹੁੰਦੀ ਹੈ ਜਿੰਨਾ ਚਿਰ ਕੰਪਿਊਟਰ ਤੁਹਾਡਾ ਔਨ ਹੈ ਉਨਾ ਚਿਰ ਇਸ ਮੈਮਰੀ ਦੇ ਵਿੱਚ ਡਾਟਾ ਰਹੇਗਾ। ਜਦੋਂ ਕੰਪਿਊਟਰ ਤੁਸੀਂ ਸ਼ਟ ਡਾਊਨ ਕਰਤਾ ਉਹ ਡਾਟਾ ਇਰੇਜ਼ ਹੋ ਜਾਏਗਾ, ਬਿਲਕੁਲ ਖਾਲੀ ਹੋ ਜਾਏਗੀ, ਉਸ ਨੂੰ ਬੋਲਦੇ ਵੋਲੇਟਾਈਲ, ਠੀਕ ਹੈ। ਇਹ ਹੁੰਦੀ ਜੀ ਰੈਮ। ਰੈਮ ਕੀ ਹੁੰਦੀ? ਜਦੋਂ ਤੁਸੀਂ ਕੰਪਿਊਟਰ ਔਨ ਕਰਦੇ ਹੋ ਇਹਦੇ ਵਿੱਚ ਕਾਫੀ ਸਾਰੇ ਫੰਕਸ਼ਨ ਕੰਮ ਕਰਦੇ ਨੇ। ਸੋ ਜਦੋਂ ਤੁਸੀਂ ਇਹਨੂੰ ਕੰਪਿਊਟਰ ਨੂੰ ਸ਼ਟ ਡਾਊਨ ਕਰਤਾ ਬਿਲਕੁਲ ਖਾਲੀ ਹੋ ਜਾਏਗੀ, ਇੰਪਟੀ ਹੋ ਜਾਏਗੀ, ਠੀਕ ਹੈ। ਜੋ ਦੁਬਾਰਾ ਔਨ ਕਰੋਗੇ ਫਿਰ ਇਸ ਦੇ ਵਿੱਚ ਡਾਟਾ ਆਉਣਾ ਸ਼ੁਰੂ ਹੋ ਜਾਏਗਾ, ਉਸ ਤੋਂ ਬਾਅਦ ਫਿਰ ਬਿਲਕੁਲ ਖਾਲੀ ਹੋ ਜਾਏਗੀ। ਪਰ ਇੱਕ ਹੁੰਦੀ ਰੋਮ ਹੋ ਗਈ ਜਾਂ ਹਾਰਡ ਡਿਸਕ। ਇਹਨਾਂ ਦੇ ਵਿੱਚ ਕੀ ਹੈ? ਡਾਟਾ ਜਿਹੜਾ ਹੈ ਪਰਮਾਨੈਂਟ ਸਟੋਰ ਹੁੰਦਾ। ਅਗਰ ਤੁਸੀਂ ਕੰਪਿਊਟਰ ਸ਼ਟ ਡਾਊਨ ਵੀ ਕਰਤਾ ਤਾਂ ਵੀ ਡਾਟਾ ਰਹੇਗਾ। ਸੋ ਜਿਹਦੇ ਵਿੱਚ ਡਾਟਾ ਫਿਰ ਵੀ ਰਹੇਗਾ ਸ਼ਟ ਡਾਊਨ ਵੀ ਕਰਤਾ ਉਸ ਨੂੰ ਬੋਲਦੇ ਨੋਨ ਵੋਲੇਟਾਈਲ। ਸੋ ਇਸ ਦੇ ਵਿੱਚ ਹਾਰਡ ਡਿਸਕ ਅਤੇ ਰੋਮ ਦੇਖ ਰਹੇ ਹੋ, ਇਹ ਹੈਗੇ ਜੀ ਨੋਨ ਵੋਲੇਟਾਈਲ ਮੈਮਰੀ, ਠੀਕ ਹੈ। ਸੋ ਨੈਕਸਟ ਦੇਖਦੇ ਹਾਂ 1 TB। ਸੋ ਅੱਜ ਕੱਲ੍ਹ ਤੁਸੀਂ ਲੈਪਟਾਪ ਖਰੀਦਦੇ ਹੋ, ਸੋ ਹਾਰਡ ਡਿਸਕ ਦੀ ਕਪੈਸਿਟੀ ਦਿੱਤੀ ਹੁੰਦੀ ਹੈ 1 TB ਜਾਂ 2 TB। ਸੋ 1 TB ਦਾ ਮਤਲਬ ਕੀ ਹੁੰਦਾ? 1 TB ਦਾ ਮਤਲਬ ਹੁੰਦਾ 1024 GB, ਠੀਕ ਹੈ। ਸੋ ਜਿਸ ਤਰ੍ਹਾਂ ਤੁਹਾਨੂੰ ਜੀਓ ਹਰ ਰੋਜ਼ ਡੇਲੀ 1.5 GB ਜਾਂ 2 GB ਦਾ ਡਾਟਾ ਦਿੰਦਾ, ਸੋ ਇਹੀ ਹੁੰਦਾ 2 GB ਡਾਟਾ ਜਿਵੇਂ ਕਹਿ ਦਈਏ। ਸੋ 2 GB ਨੂੰ ਹੀ ਮਲਟੀਪਲਾਈ ਕਰੀ ਚੱਲੋਗੇ ਤਾਂ ਇਹ ਬਣ ਜਾਏਗਾ 1024 GB। ਜਦੋਂ 1024 GB ਬਣ ਗਿਆ ਤਾਂ ਉਸ ਨੂੰ ਅਸੀਂ ਕਹਿ ਸਕਦੇ ਹਾਂ 1 TB, ਠੀਕ ਹੈ। GB ਤੋਂ ਵੱਡਾ ਹੁੰਦਾ ਜੀ ਯੂਨਿਟ ਇਹ TB। 1024 GB ਨੂੰ ਮਿਲਾ ਕੇ ਬਣਦਾ ਜੀ 1 TB। TB ਮੀਨਸ ਟੈਰਾਬਾਈਟ। ਔਰ GB ਕਿਹੜੇ ਤੋਂ ਬਣਦਾ? GB ਬਣਦਾ ਜੀ MB ਤੋਂ। ਅਗਰ 1024 MB ਜੋੜ ਦਈਏ ਉਹ ਬਣ ਜਾਂਦਾ ਜੀ 1 GB, ਠੀਕ ਹੈ। ਇਸ ਤਰ੍ਹਾਂ ਯੂਨਿਟਸ ਬਣਦੇ ਜਾਂਦੇ ਨੇ। ਸੋ ਨੈਕਸਟ ਦੇਖਦੇ ਹਾਂ ਹੂ ਡਿਵੈਲਪਡ ਕੁਆਟੀ ਕੀਬੋਰਡ। ਸੋ ਜਿਹੜੇ ਅਸੀਂ ਹੁਣ ਕੀਬੋਰਡ ਯੂਜ਼ ਕਰਦੇ ਹਾਂ ਉਹਨਾਂ ਦਾ ਨਾਮ ਹੁੰਦਾ ਜੀ ਕੁਆਟੀ, ਠੀਕ ਹੈ। QWERTY। ਤੁਸੀਂ ਕੋਈ ਵੀ ਕੀਬੋਰਡ ਦੇਖਿਓ ਜਿਹੜੀ ਉਹਦੀ ਇੰਗਲਿਸ਼ ਅਲਫਾਬੈਟ ਦਿੱਤੇ ਹੁੰਦੇ ਨੇ, ਸਭ ਤੋਂ ਪਹਿਲੀ ਲਾਈਨ ਹੁੰਦੀ ਹੈ ਉਹਦੇ ਵਿੱਚ ਇਸ ਤਰ੍ਹਾਂ ਹੀ ਸਟਾਰਟ ਹੁੰਦੀ ਹੈ QWERTY, ਠੀਕ ਹੈ। ਜਿਹੜੀ ਫਸਟ ਰੋ ਹੁੰਦੀ ਹੈ ਇਹਨਾਂ ਅਲਫਾਬੈਟਸ ਤੋਂ ਸਟਾਰਟ ਹੁੰਦੀ ਹੈ QWERTY। ਇਸ ਕਰਕੇ ਇਸ ਕੀਬੋਰਡ ਨੂੰ ਨਾਮ ਦਿੱਤਾ ਹੋਇਆ ਕੁਆਟੀ ਕੀਬੋਰਡ। ਇਹ ਸਭ ਤੋਂ ਪਹਿਲਾਂ ਡਿਵੈਲਪ ਕੀਤੇ ਸੀਗੇ, ਕਿਹਨੇ ਡਿਵੈਲਪ ਕੀਤਾ ਸੀ ਇਹ ਕੀਬੋਰਡ? ਇਹ ਕੀਤਾ ਸੀ ਕ੍ਰਿਸਟੋਫਰ ਲੈਥਮ ਸ਼ੋਲਸ, ਠੀਕ ਹੈ। ਇਹ ਇੰਪੋਰਟੈਂਟ ਕੁਐਸਚਨ ਹੈ, ਆਇਆ ਸੀਗਾ ਬਈ PSPCL ਦੇ ਐਗਜ਼ਾਮ ਦੇ ਵਿੱਚ, ਠੀਕ ਹੈ। ਸੋ ਜ਼ਰੂਰ ਯਾਦ ਰੱਖਣਾ। ਸੋ ਇਸ ਤਰ੍ਹਾਂ ਦੇ ਕੁਐਸਚਨ ਆਉਂਦੇ ਐਗਜ਼ਾਮ ਦੇ ਵਿੱਚ। ਕੁਆਟੀ ਕੀਬੋਰਡ ਕਿਹਨਾਂ ਨੇ ਬਣਾਇਆ ਸੀ? ਕ੍ਰਿਸਟੋਫਰ ਲੈਥਮ ਸ਼ੋਲਸ। ਸੋ ਨੈਕਸਟ ਦੇਖਦੇ ਹਾਂ ਵਿਚ ਆਪਰੇਟਿੰਗ ਸਿਸਟਮ ਇਜ਼ ਡਿਵੈਲਪ ਐਂਡ ਯੂਜ਼ਡ ਬਾਈ ਐਪਲ। ਐਪਲ ਦੇ ਵਿੱਚ ਕਿਹੜਾ ਆਪਰੇਟਿੰਗ ਸਿਸਟਮ ਯੂਜ਼ ਹੁੰਦਾ? ਐਪਲ ਦੇ ਵਿੱਚ ਹੁੰਦਾ ਜੀ iOS, ਠੀਕ ਹੈ। iOS ਆਪਰੇਟਿੰਗ ਸਿਸਟਮ ਯੂਜ਼ ਹੁੰਦਾ ਐਪਲ ਦੇ ਵਿੱਚ। iOS ਮੋਬਾਈਲਾਂ ਦੇ ਵਿੱਚ ਹੁੰਦਾ। ਐਪਲ ਦੇ ਆਈਫੋਨ ਯੂਜ਼ ਕਰੋਗੇ ਤੁਸੀਂ ਉਹਦੇ ਵਿੱਚ iOS ਆਪਰੇਟਿੰਗ ਸਿਸਟਮ ਹੁੰਦਾ। ਅਗਰ ਤੁਸੀਂ ਐਪਲ ਦਾ ਲੈਪਟਾਪ ਖਰੀਦਦੇ ਹੋ ਉਸ ਦੇ ਵਿੱਚ ਹੁੰਦਾ ਜੀ ਮੈਕ ਆਪਰੇਟਿੰਗ ਸਿਸਟਮ, MAC ਮੈਕ, ਠੀਕ ਹੈ। ਮੈਕਨਤੋਸ਼ ਵੀ ਕਹਿੰਦੇ ਆ। ਮੈਕ ਆਪਰੇਟਿੰਗ ਸਿਸਟਮ ਯੂਜ਼ ਹੁੰਦਾ ਐਪਲ ਦਾ। ਔਰ ਮਾਈਕਰੋਸੋਫਟ ਕੰਪਨੀ ਦਾ ਹੈਗਾ ਜੀ ਵਿੰਡੋਜ਼। ਮੋਸਟਲੀ ਜਿਹੜੇ ਹੁੰਦੇ ਨੇ ਆਪਰੇਟਿੰਗ ਸਿਸਟਮ ਵਿੰਡੋਜ਼ ਹੀ ਹੁੰਦੇ ਨੇ। ਵਿੰਡੋਜ਼ ਸਭ ਤੋਂ ਜ਼ਿਆਦਾ ਮੋਸਟ ਪੋਪੂਲਰ ਹੈ ਪੂਰੇ ਵਰਲਡ ਲੈਵਲ ਦੇ ਉੱਪਰ। ਸੋ ਮੋਸਟਲੀ ਜਿੰਨੇ ਤੁਸੀਂ ਲੈਪਟਾਪ ਦੇਖਦੇ ਹੋ ਮਾਰਕੀਟ ਦੇ ਵਿੱਚ ਵਿੰਡੋਜ਼ ਹੀ ਹੁੰਦੇ ਆ, ਠੀਕ ਹੈ। ਔਰ ਅਗਰ ਐਪਲ ਦਾ ਖਰੀਦੋਗੇ ਐਪਲ ਦੇ ਵਿੱਚ ਹੈਗਾ ਮੈਕ ਆਪਰੇਟਿੰਗ ਸਿਸਟਮ। ਅਗਰ ਐਪਲ ਦੇ ਮੋਬਾਈਲ ਖਰੀਦਦੇ ਹੋ ਉਹਦੇ ਵਿੱਚ ਹੁੰਦਾ ਜੀ iOS, ਠੀਕ ਹੈ। ਔਰ ਜਿਹੜੇ ਅਸੀਂ ਅੱਜ ਕੱਲ੍ਹ ਮੋਬਾਈਲ ਖਰੀਦਦੇ ਹਾਂ ਸਿੰਪਲ ਜਿਵੇਂ MI ਦੇ, ਉਹਨਾਂ ਦੇ ਵਿੱਚ ਹੁੰਦਾ ਜੀ ਐਂਡਰੋਇਡ ਆਪਰੇਟਿੰਗ ਸਿਸਟਮ, ਠੀਕ ਹੈ। ਜਿਨ੍ਹਾਂ ਦੇ ਵਿੱਚ ਪਲੇ ਸਟੋਰ ਹੁੰਦਾ। ਤੁਸੀਂ ਇਸ ਤਰ੍ਹਾਂ ਯਾਦ ਕਰ ਸਕਦੇ ਹੋ ਜਿਹੜੇ ਮੋਬਾਈਲ ਦੇ ਵਿੱਚ ਪਲੇ ਸਟੋਰ ਹੈ ਉਹਦੇ ਵਿੱਚ ਆਪਰੇਟਿੰਗ ਸਿਸਟਮ ਕਿਹੜਾ ਜੀ? ਐਂਡਰੋਇਡ, ਠੀਕ ਹੈ। ਐਂਡਰੋਇਡ ਦੇ ਵਿੱਚ ਹੁੰਦਾ ਜੀ ਪਲੇ ਸਟੋਰ।
ਸੋ ਨੈਕਸਟ ਦੇਖਦੇ ਹਾਂ ਲਾਈਨਸ ਟੋਰਵਾਲਡਸ ਡਿਵੈਲਪ ਵਿਚ ਆਪਰੇਟਿੰਗ ਸਿਸਟਮ। ਸੋ ਲਾਈਨਸ ਟੋਰਵਾਲਡ ਇਹਨਾਂ ਨੇ ਕਿਹੜਾ ਆਪਰੇਟਿੰਗ ਸਿਸਟਮ ਬਣਾਇਆ ਸੀ? ਇਹਨਾਂ ਨੇ ਬਣਾਇਆ ਸੀ ਜੀ ਲਾਈਨੈਕਸ। ਠੀਕ ਹੈ, ਲਾਈਨੈਕਸ ਹੋ ਗਿਆ ਅਤੇ ਯੂਨਿਕਸ ਹੋ ਗਿਆ। ਇਹ ਇਸ ਤਰ੍ਹਾਂ ਦੇ ਆਪਰੇਟਿੰਗ ਸਿਸਟਮ ਹੈ, ਇਹਨਾਂ 'ਚ ਕਦੇ ਵਾਇਰਸ ਨਹੀਂ ਆਉਂਦਾ। ਠੀਕ ਹੈ, ਇਹ ਵਧੀਆ ਹੁੰਦੇ ਨੇ ਆਪਰੇਟਿੰਗ ਸਿਸਟਮ। ਜਿਹੜੇ ਡਿਵੈਲਪਰ ਹੁੰਦੇ ਨੇਗੇ ਸੋਫਟਵੇਅਰ ਡਿਵੈਲਪ ਕਰਦੇ ਨੇ ਉਹ ਯੂਜ਼ ਕਰਦੇ ਨੇ ਇਹ ਲਾਈਨੈਕਸ ਐਂਡ ਯੂਨਿਕਸ ਆਪਰੇਟਿੰਗ ਸਿਸਟਮ। ਠੀਕ ਹੈ, ਪਰ ਇਹਨੂੰ ਆਪਾਂ ਚਲਾਉਂਦੇ ਕਿਉਂ ਨਹੀਂ, ਇਹ ਫੇਮਸ ਕਿਉਂ ਨਹੀਂ ਹੋਏ? ਕਿਉਂਕਿ ਇਹ ਯੂਜ਼ਰ ਫਰੈਂਡਲੀ ਨਹੀਂ ਹੈਗੇ, ਇਹਨਾਂ ਨੂੰ ਚਲਾਉਣਾ ਥੋੜ੍ਹਾ ਡਿਫੀਕਲਟ ਹੈ। ਜਿਹੜੇ ਵਿੰਡੋ ਆਪਰੇਟਿੰਗ ਸਿਸਟਮ ਨੇ ਉਹ ਬਹੁਤ ਜ਼ਿਆਦਾ ਯੂਜ਼ਰ ਫਰੈਂਡਲੀ ਨੇ, ਸੋ ਉਸ ਨੂੰ ਚਲਾਉਣਾ ਬਹੁਤ ਈਜ਼ੀ ਹੈ, ਅਸੀਂ ਈਜ਼ੀਲੀ ਸਿੱਖ ਲੈਂਦੇ ਹਾਂ। ਠੀਕ ਹੈ, ਸੋ ਵਿੰਡੋ ਸਭ ਤੋਂ ਜ਼ਿਆਦਾ ਯੂਜ਼ਰ ਫਰੈਂਡਲੀ ਹੈ, ਇਸੇ ਕਰਕੇ ਇਹ ਮੋਸਟ ਪੋਪੂਲਰ ਹੈ। ਠੀਕ ਹੈ, ਸੋ ਨੈਕਸਟ ਦੇਖਦੇ ਹਾਂ ਵਿਚ ਵਨ ਇਜ਼ ਦਾ ਫਸਟ ਸਰਚ ਇੰਜਨ ਇਨ ਇੰਟਰਨੈਟ। ਇੰਟਰਨੈਟ ਦੇ ਉੱਪਰ ਸਭ ਤੋਂ ਪਹਿਲਾਂ ਫਸਟ ਇੰਜਨ ਕਿਹੜਾ ਸੀ? ਉਸ ਦਾ ਨਾਮ ਸੀ ਆਰਕੀ। ਠੀਕ ਹੈ, ਜਿਸ ਤਰ੍ਹਾਂ ਗੂਗਲ ਸਾਰਿਆਂ ਨੂੰ ਪਤਾ ਹੀ, ਗੂਗਲ ਕੀ ਇੱਕ ਸਰਚ ਇੰਜਨ ਹੈ, ਇੱਕ ਇੰਜਨ ਹੈ ਜਿਹਦੇ ਉੱਤੇ ਤੁਸੀਂ ਕੋਈ ਵੀ ਚੀਜ਼ ਸਰਚ ਮਾਰ ਰਹੇ ਹੋ, ਸਰਚ ਇੰਜਨ। ਸਭ ਤੋਂ ਪਹਿਲਾਂ ਸਰਚ ਇੰਜਨ ਕਿਹੜਾ ਸੀ? ਆਰਕੀ। ਠੀਕ ਹੈ, ਅਤੇ ਗੂਗਲ ਨਾਲ ਟਿਕ ਕਰ ਦਿਓ। ਗੂਗਲ ਹੁਣ ਮੋਸਟ ਪੋਪੂਲਰ ਹੈ, ਪੂਰੇ ਵਰਲਡ ਲੈਵਲ 'ਤੇ ਸਭ ਤੋਂ ਫੇਮਸ ਹੈ ਜੀ ਗੂਗਲ। ਸਭ ਤੋਂ ਪਹਿਲਾਂ ਹੈਗਾ ਸੀ ਜੀ ਆਰਕੀ। ਨੈਕਸਟ ਦੇ ਨਹੀਂ IP ਵਰਜ਼ਨ 6। ਠੀਕ ਹੈ, ਦੋ ਤਰ੍ਹਾਂ ਦੇ ਇਹ ਹੁੰਦੇ ਨੇ, IP ਵਰਜ਼ਨ 4 ਐਂਡ IP ਵਰਜ਼ਨ 6। ਇੰਡੀਆ ਦੇ ਵਿੱਚ ਹੁਣ ਯੂਜ਼ ਹੁੰਦਾ ਜੀ IP ਵਰਜ਼ਨ 4। ਠੀਕ ਹੈ, ਫੋਰਨ ਕੰਟਰੀ 'ਚ ਯੂਜ਼ ਕਰ ਰਹੇ ਨੇ IP ਵਰਜ਼ਨ 6। ਜਿਹੜਾ IP ਵਰਜ਼ਨ 4 ਹੁੰਦਾ ਉਹਦੇ ਵਿੱਚ 32 ਬਿੱਟਾਂ ਹੁੰਦੀਆਂ ਨੇ। ਠੀਕ ਹੈ, 32 ਬਿਟਸ ਹੁੰਦੀਆਂ ਨੇ, ਅਤੇ ਜਿਹੜਾ IP ਵਰਜ਼ਨ 6 ਹੁੰਦਾ ਇਹਦੇ ਵਿੱਚ ਹੁੰਦੇ 128 ਬਿਟਸ, 128 ਬਿਟ। ਠੀਕ ਹੈ, ਯਾਦ ਰੱਖਣਾ, ਇੰਪੋਰਟੈਂਟ ਕੁਐਸਚਨ ਹੈ। ਹੁੰਦਾ ਕੀ ਹੈ IP ਵਰਜ਼ਨ, ਇਹ ਵੀ ਦੱਸ ਦੇਣਾ ਮੈਂ ਤੁਹਾਨੂੰ। ਇੱਕ ਐਡਰੈਸ ਹੁੰਦਾ, ਕੋਈ ਵੀ ਕੰਪਿਊਟਰ ਹੈ ਜਿਹੜਾ ਤੁਸੀਂ ਚਲਾਉਂਦੇ ਹੋ ਉਹਦੇ ਜਿਹਦੇ ਉੱਪਰ ਵੀ ਤੁਸੀਂ ਇੰਟਰਨੈਟ ਚਲਾਉਂਦੇ ਹੋ ਉਹਨੂੰ ਇੱਕ ਯੂਨੀਕ ਐਡਰੈਸ ਪ੍ਰੋਵਾਈਡ ਕੀਤਾ ਹੁੰਦਾ। ਠੀਕ ਹੈ, ਇੱਕ ਐਡਰੈਸ ਹੁੰਦਾ IP ਐਡਰੈਸ ਜਿਹੜਾ ਉਸ ਕੰਪਿਊਟਰ ਨੂੰ ਸਪੈਸੀਫਾਈ ਕਰਦਾ। ਠੀਕ ਹੈ, ਇਹ 32 ਬਿਟ ਦਾ ਹੁੰਦਾ, 8 ਬਿਟ ਦੀਆਂ 4 ਬਿਟਸ ਹੁੰਦੀਆਂ ਨੇ, ਸੋ ਚਾਰਾਂ ਨੂੰ ਜੋੜ ਕੇ ਬਣਦਾ ਜੀ ਇਹ 32 ਬਿਟ। ਤੁਸੀਂ ਕਈ ਵਾਰੀ ਪੜ੍ਹਿਆ ਹੋਏਗਾ 192.168.1.1, ਇਹ ਚੀਜ਼ ਨੂੰ ਬੋਲਦੇ ਆ ਜੀ IP ਐਡਰੈਸ। ਠੀਕ ਹੈ, ਸੋ ਇਸ ਤਰ੍ਹਾਂ ਦਾ ਹੁੰਦਾ ਇਹ, ਮੋਸਟਲੀ 192 ਤੋਂ ਸਟਾਰਟ ਹੁੰਦਾ ਇਹ। ਸੋ IP ਵਰਜ਼ਨ 4 ਯੂਜ਼ ਹੁੰਦਾ ਇੰਡੀਆ ਦੇ ਵਿੱਚ, ਉਹਦੀਆਂ 32 ਬਿਟਸ ਹੁੰਦੀਆਂ ਨੇ। IP ਵਰਜ਼ਨ 6 ਇਹ ਫਿਊਚਰ ਦੇ ਵਿੱਚ ਯੂਜ਼ ਹੋਇਆ ਕਰੇਗਾ, ਸੋ ਇਹਦੀ ਹੁੰਦੀ ਹੈ 128 ਬਿਟ। ਇਹ ਜ਼ਰੂਰ ਯਾਦ ਰੱਖਣਾ, ਇੰਪੋਰਟੈਂਟ ਕੁਐਸਚਨ ਹੈ। ਸੋ ਨੈਕਸਟ ਦੇਖਦੇ ਹਾਂ ਵਿਚ ਵਨ ਇਜ਼ ਦਾ ਫਸਟ ਵੈਬ ਬਰਾਊਜ਼ਰ ਇਨਵੈਂਟਡ ਇਨ 1990। ਠੀਕ ਹੈ, 1990 ਦੇ ਵਿੱਚ ਪਹਿਲਾ ਵੈਬ ਬਰਾਊਜ਼ਰ ਕਿਹੜਾ ਯੂਜ਼ ਹੋਇਆ ਸੀ? ਵੈਬ ਬਰਾਊਜ਼ਰ ਜਿਹਦੇ ਥਰੂ ਤੁਸੀਂ ਇੰਟਰਨੈਟ ਚਲਾਉਂਦੇ ਹੋ, ਜਿਵੇਂ ਗੂਗਲ ਕਰੋਮ ਯੂਜ਼ ਕਰਦੇ ਹੋ ਤੁਸੀਂ, ਮੋਜ਼ੀਲਾ ਫਾਇਰਫੌਕਸ ਯੂਜ਼ ਕਰਦੇ ਹੋ, ਸਫਾਰੀ ਯੂਜ਼ ਕਰਦੇ ਹੋ, ਸਾਰੇ ਹੁੰਦੇ ਹੀ ਵੈਬ ਬਰਾਊਜ਼ਰ। ਠੀਕ ਹੈ, 1990 ਦੇ ਵਿੱਚ ਸਭ ਤੋਂ ਪਹਿਲਾਂ ਕਿਹੜਾ ਆਇਆ ਸੀ? ਉਸ ਦਾ ਨਾਮ ਸੀ ਨੈਕਸਸ। ਕਿਹੜਾ ਸੀਗਾ ਜੀ? ਨੈਕਸਸ। ਔਰ ਜਿਹੜਾ ਤੁਸੀਂ ਪਹਿਲਾਂ ਦੇਖ ਰਹੇ ਇੰਟਰਨੈਟ ਐਕਸਪਲੋਰਰ, ਇਹ ਵਿੰਡੋ ਦੇ ਨਾਲ ਇਨਬਿਲਟ ਆਉਂਦਾ। ਠੀਕ ਹੈ, ਤੁਸੀਂ ਵਿੰਡੋ ਪਾ ਲਈ ਕੰਪਿਊਟਰ ਦੇ ਵਿੱਚ, ਇਹ ਇਨਬਿਲਟ ਹੋਏਗਾ ਹੀ ਹੋਏਗਾ ਹਰੇਕ ਕੰਪਿਊਟਰ ਦੇ ਵਿੱਚ ਇੰਟਰਨੈਟ ਐਕਸਪਲੋਰਰ। ਠੀਕ ਹੈ, ਪਰ ਮੋਸਟਲੀ ਯੂਜ਼ਰ ਯੂਜ਼ ਕਰਦੇ ਨੇ ਗੂਗਲ ਕਰੋਮ। ਠੀਕ ਹੈ, ਗੂਗਲ ਦਾ ਪ੍ਰੋਡਕਟ ਹੈ ਇਹ ਗੂਗਲ ਕਰੋਮ। ਔਰ ਗੂਗਲ ਦੀ ਪੇਰੈਂਟ ਕੰਪਨੀ ਕਿਹੜੀ ਹੈ? ਗੂਗਲ ਦੀ ਪੇਰੈਂਟ ਕੰਪਨੀ ਹੈਗੀ ਹੈ ਅਲਫਾਬੈਟ। ਇਹ ਵੀ ਜ਼ਰੂਰ ਯਾਦ ਰੱਖਣਾ, ਅਲਫਾਬੈਟ ਕੰਪਨੀ ਹੈਗੀ ਗੂਗਲ ਦੀ। ਔਰ ਗੂਗਲ ਦੇ CEO ਹੈਗੇ ਨੇ ਜੀ ਇੰਡੀਅਨ ਨੇ ਸਾਡੇ ਇਹ, ਉਹਨਾਂ ਦਾ ਨਾਮ ਹੈ ਜੀ ਸੁੰਦਰ ਪਿਚਈ। ਠੀਕ ਹੈ, ਸੁੰਦਰ ਪਿਚਈ। ਇਹਨਾਂ ਦੀ ਹੁਣੀ ਪ੍ਰਮੋਸ਼ਨ ਹੋ ਗਈ। ਇਹਨਾਂ ਨੂੰ ਪਹਿਲਾਂ ਗੂਗਲ ਦੇ CEO ਬਣਾਇਆ ਹੋਇਆ ਸੀ, ਹੁਣ ਇਹਨਾਂ ਦੀ ਪ੍ਰਮੋਸ਼ਨ ਹੋ ਗਈ। ਇਹਨਾਂ ਦੀ ਜਿਹੜੀ ਪੇਰੈਂਟ ਕੰਪਨੀ, ਗੂਗਲ ਦੀ ਪੇਰੈਂਟ ਕੰਪਨੀ ਹੈ ਅਲਫਾਬੈਟ, ਅਲਫਾਬੈਟ ਦਾ CEO ਬਣਾ ਦਿੱਤਾ ਗਿਆ ਸੁੰਦਰ ਪਿਚਈ ਨੂੰ। ਇਹ ਵੀ ਜ਼ਰੂਰ ਯਾਦ ਰੱਖਿਓ। ਸੋ ਨੈਕਸਟ ਕੁਐਸਚਨ ਦੇਖਦੇ ਹਾਂ ਵਿਚ ਵਨ ਆਫ ਦਾ ਫੋਲੋਇੰਗ ਪ੍ਰੋਗਰਾਮਿੰਗ ਲੈਂਗੁਏਜ ਇਜ਼ ਯੂਜ਼ ਟੂ ਕ੍ਰੀਏਟ ਪ੍ਰੋਗਰਾਮ ਲਾਈਕ ਐਪਲੇਟਸ। ਸੋ ਐਪਲੇਟ ਕਿਹੜੀ ਲੈਂਗੁਏਜ ਦੇ ਵਿੱਚ ਹੁੰਦੇ ਆ? ਇਹ ਜਸਟ ਤੁਸੀਂ ਯਾਦ ਰੱਖਣਾ ਹੈ ਜਾਵਾ। ਠੀਕ ਹੈ, ਜਾਵਾ ਦੇ ਵਿੱਚ ਵੀ ਕਾਫੀ ਮੋਬਾਈਲ ਗੇਮਸ ਜਿਹੜੇ ਤੁਸੀਂ ਖੇਡਦੇ ਹੋ ਮੋਬਾਈਲ ਦੇ ਉੱਪਰ, ਉਹ ਜਾਵਾ ਲੈਂਗੁਏਜ ਦੇ ਉੱਪਰ ਬਣੇ ਜਾਂਦੇ ਨੇ। ਔਰ ਪ੍ਰੋਗਰਾਮਰ ਯੂਜ਼ ਕਰਦੇ ਨੇ ਇਹ ਐਪਲੇਟਸ। ਐਪਲੇਟਸ ਕਿਹੜੀ ਲੈਂਗੁਏਜ ਯੂਜ਼ ਹੁੰਦੇ ਆ? ਜਾਵਾ ਦੇ ਵਿੱਚ। ਐਪਲੇਟਸ ਕੀ ਹੈ? ਬਣੇ ਬਣਾਏ ਤੁਹਾਨੂੰ ਟੈਂਪਲੇਟ ਦੀ ਤਰ੍ਹਾਂ ਹੁੰਦੇ ਆ, ਤੁਸੀਂ ਇਹਨਾਂ ਨੂੰ ਜਸਟ ਯੂਜ਼ ਕਰਨਾ ਹੁੰਦਾ, ਬਣੇ ਬਣਾਏ ਹੁੰਦੇ ਆਲਰੇਡੀ। ਠੀਕ ਹੈ, ਜਿਵੇਂ ਕੋਈ ਫੰਕਸ਼ਨ ਕਹਿ ਸਕਦੇ ਹੋ, ਕਿਸੇ ਸਪੈਸ਼ਲ ਫੰਕਸ਼ਨ ਲਈ ਬਣੇ ਹੁੰਦੇ ਨੇ ਇਹ ਐਪਲੇਟਸ। ਠੀਕ ਹੈ, ਪ੍ਰੋਗਰਾਮਰਸ ਯੂਜ਼ ਕਰਦੇ ਨੇ। ਤੁਸੀਂ ਜਸਟ ਯਾਦ ਰੱਖਣਾ ਕਿ ਐਪਲੇਟ ਕਿਹੜੀ ਲੈਂਗੁਏਜ 'ਚ ਯੂਜ਼ ਹੁੰਦੇ ਆ? ਇਹ ਹੁੰਦੇ ਜਾਵਾ ਦੇ ਵਿੱਚ। ਇੰਪੋਰਟੈਂਟ ਹੈ ਵੀ। ਫਸਟ ਕੰਪਿਊਟਰ ਵਾਇਰਸ, ਜਿਹੜਾ ਪਹਿਲਾ ਕੰਪਿਊਟਰ ਵਾਇਰਸ ਸੀ ਉਹਦਾ ਨਾਮ ਕੀ ਸੀ? ਉਸ ਦਾ ਨਾਮ ਹੈਗਾ ਜੀ ਕ੍ਰੀਪਰ ਵਾਇਰਸ। ਕੀ ਨਾਮ ਸੀ ਉਹਦਾ ਜੀ? ਕ੍ਰੀਪਰ ਵਾਇਰਸ। ਨੈਕਸਟ ਦੇਖਦੇ ਹਾਂ ਵਿਚ ਵਨ ਪ੍ਰੋਗਰਾਮਿੰਗ ਲੈਂਗੁਏਜ ਇਜ਼ ਐਕਸਕਲੂਸਿਵਲੀ ਯੂਜ਼ ਫॉर ਆਰਟੀਫਿਸ਼ੀਅਲ ਇੰਟੈਲੀਜੈਂਸ। ਕਿਹੜੀ ਲੈਂਗੁਏਜ ਹੈ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਲਈ ਯੂਜ਼ ਹੁੰਦੀ ਹੈ? ਉਸ ਦਾ ਨਾਮ ਹੈ ਜੀ ਪ੍ਰੋਲੋਗ। ਕਿਹੜੀ ਲੈਂਗੁਏਜ ਜੀ? ਪ੍ਰੋਲੋਗ। ਪ੍ਰੋਲੋਗ ਕੀ ਹੈ? ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਯੂਜ਼ ਹੁੰਦੀ ਹੈ। ਆਰਟੀਫਿਸ਼ੀਅਲ ਇੰਟੈਲੀਜੈਂਸ ਕੀ ਹੁੰਦੀ ਹੈ? ਇਹ ਇੱਕ ਸਬਜੈਕਟ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ। ਇਹ ਯੂਜ਼ ਹੁੰਦਾ ਹੈ ਰੋਬੋਟ ਦੇ ਵਿੱਚ। ਠੀਕ ਹੈ, ਰੋਬੋਟ ਕਿਸ ਤਰ੍ਹਾਂ ਸੋਚਦੇ ਨੇ, ਉਹਨਾਂ ਦੀ ਕਿਸ ਤਰ੍ਹਾਂ ਪ੍ਰੋਗਰਾਮਿੰਗ ਕੀਤੀ ਹੁੰਦੀ ਹੈ,
ਸੋ ਇਹ ਸਾਰਾ ਡਿਸਕਸ ਕਰਦੇ ਹਾਂ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ, ਠੀਕ ਹੈ। ਜਿੰਨੇ ਵੀ ਰੋਬੋਟ ਬਣਾਏ ਨੇ ਉਹਦੇ ਵਿੱਚ ਪ੍ਰੋਗਰਾਮਿੰਗ ਕੀਤੀ ਹੁੰਦੀ ਹੈ। ਸੋ ਹਜੇ ਤੱਕ ਉਹਨਾਂ ਤੋਂ ਕੋਈ ਇਸ ਤਰ੍ਹਾਂ ਦਾ ਬ੍ਰੇਨ ਨਹੀਂ ਬਣਿਆ ਜਿਹੜਾ ਹਿਊਮਨ ਦੀ ਤਰ੍ਹਾਂ ਸੋਚ ਸਕੇ, ਠੀਕ ਹੈ। ਰੋਬੋਟ ਸਿਰਫ ਓਨਾ ਹੀ ਕੰਮ ਕਰ ਸਕਦੇ ਨੇ ਜਿੰਨੀ ਉਹਦੀ ਪ੍ਰੋਗਰਾਮਿੰਗ ਕੀਤੀ ਹੁੰਦੀ ਹੈ, ਠੀਕ ਹੈ। ਸੋ ਨੈਕਸਟ ਦੇਖਦੇ ਹਾਂ, ਫਾਇਰਵਾਲ ਇਨ ਕੰਪਿਊਟਰ ਇਜ਼ ਯੂਜ਼ਡ ਫੋਰ, ਫਾਇਰਵਾਲ ਕਾਹਦੇ ਲਈ ਯੂਜ਼ ਹੁੰਦੀ ਹੈ? ਫਾਇਰਵਾਲ ਸਾਰਿਆਂ ਨੂੰ ਪਤਾ ਹੀ ਸਿਕਿਉਰਿਟੀ ਵਾਸਤੇ, ਠੀਕ ਹੈ। ਇੰਟਰਨੈਟ ਦੇ ਉੱਪਰ ਜਦੋਂ ਤੁਸੀਂ ਚਲਾਉਂਦੇ ਹੋ ਕੰਪਿਊਟਰ ਦੀ ਫਾਇਰਵਾਲ ਔਨ ਹੁੰਦੀ ਹੈ, ਠੀਕ ਹੈ, ਫੋਰ ਦਾ ਪਰਪਜ਼ ਆਫ ਸਿਕਿਉਰਿਟੀ। ਸੋ ਨੈਕਸਟ ਦੇਖਦੇ ਹਾਂ, ਇੱਕ ਡਿਊਲ ਲੇਅਰ ਬਲੂ ਰੇ ਡਿਸਕ, ਇੱਕ ਡਿਸਕ ਹੁੰਦੀ ਜੀ, ਉਸਦਾ ਨਾਮ ਹੈ ਜੀ ਬਲੂ ਰੇ ਡਿਸਕ। ਇਹ 'ਚ ਕਿੰਨਾ ਡਾਟਾ ਸਟੋਰ ਕਰ ਸਕਦੇ ਹੋ ਤੁਸੀਂ? 50 GB, 50 GB ਤੱਕ ਦਾ ਡਾਟਾ ਤੁਸੀਂ ਸਟੋਰ ਕਰ ਸਕਦੇ ਹੋ ਬਲੂ ਰੇ ਡਿਸਕ ਦੇ ਵਿੱਚ। ਔਰ ਇੱਕ CD ਆਉਂਦੀ ਹੈ ਮਾਰਕੀਟ ਦੇ ਵਿੱਚ ਕੰਪੈਕਟ ਡਿਸਕ, ਉਹਦੀ ਜਿਹੜੀ ਕਪੈਸਿਟੀ ਹੁੰਦੀ ਹੈ 700 MB, ਠੀਕ ਹੈ। 700 MB ਤੱਕ ਦਾ ਡਾਟਾ ਸਟੋਰ ਹੁੰਦਾ ਹੈ CD ਦੇ ਵਿੱਚ, ਕੰਪੈਕਟ ਡਿਸਕ ਦੇ ਵਿੱਚ। ਇੱਕ ਸਪੈਸ਼ਲ ਹੈਗੀ ਹੈ ਡਿਸਕ ਇਹ ਬਲੂ ਰੇ ਡਿਸਕ ਡਿਊਲ ਲੇਅਰ, ਇਹਦੀ 50 GB ਕਪੈਸਿਟੀ ਹੈ, ਠੀਕ ਹੈ। ਵਿਚ ਵਨ ਆਫ ਦਾ ਫੋਲੋਇੰਗ ਇਜ਼ ਨੋਟ ਆਪਰੇਟਿੰਗ ਸਿਸਟਮ, ਕਹਿੰਦਾ ਇਹਨਾਂ ਵਿੱਚੋਂ ਦੱਸੋ ਕਿਹੜਾ ਆਪਰੇਟਿੰਗ ਸਿਸਟਮ ਨਹੀਂ ਹੈ? DOS, ਇਹ ਪਹਿਲਾਂ ਯੂਜ਼ ਹੁੰਦਾ ਸੀ, ਡਿਸਕ ਆਪਰੇਟਿੰਗ ਸਿਸਟਮ। ਮੈਕ, ਐਪਲ ਦੇ ਵਿੱਚ ਯੂਜ਼ ਹੁੰਦਾ ਹੈ। ਔਰ ਲਾਈਨੈਕਸ, ਲਾਈਨੈਕਸ ਵੀ ਆਪਰੇਟਿੰਗ ਸਿਸਟਮ ਹੈ। ਸੀ ਕੀ ਆਪਰੇਟਿੰਗ ਸਿਸਟਮ ਨਹੀਂ ਹੈਗਾ, ਸੀ ਹੈਗੇ ਜੀ ਲੈਂਗੁਏਜ, C++, ਜਾਵਾ, ਇਹ ਸਾਰੀਆਂ ਹੈਗੀਆਂ ਨੇ ਪ੍ਰੋਗਰਾਮਿੰਗ ਲੈਂਗੁਏਜ। ਸੋ ਸੀ ਆ ਗਿਆ ਤੁਹਾਡਾ ਆਨਸਰ, ਸੀ ਆਪਰੇਟਿੰਗ ਸਿਸਟਮ ਨਹੀਂ ਹੈਗਾ, ਇਹ ਹੈਗੇ ਲੈਂਗੁਏਜ। ਨੈਕਸਟ ਦੇ ਨਹੀਂ, ਇਹਨਾਂ ਵਿੱਚੋਂ ਕਹਿੰਦਾ ਦੱਸੋ ਕਿਹੜਾ ਡਾਟਾਬੇਸ ਮੈਨੇਜਮੈਂਟ ਸੋਫਟਵੇਅਰ ਨਹੀਂ ਹੈਗਾ, ਠੀਕ ਹੈ। MySQL, ਇਹ ਵੀ ਡਾਟਾਬੇਸ ਦਾ ਨਾਮ ਹੀ ਹੈ, ਡਾਟਾਬੇਸ ਸੋਫਟਵੇਅਰ ਦਾ ਨਾਮ ਹੈ MySQL। ਓਰੈਕਲ ਵੀ ਇਹ ਡਾਟਾਬੇਸ ਸੋਫਟਵੇਅਰ ਹੈ। ਸਾਈਬੇਸ, ਇਹ ਵੀ ਡਾਟਾਬੇਸ ਮੈਨੇਜਮੈਂਟ ਸੋਫਟਵੇਅਰ ਹੈ। ਕੋਬੋਲ ਕੀ ਇੱਕ ਲੈਂਗੁਏਜ ਹੈ, ਕੋਬੋਲ ਦੀ ਫੁੱਲ ਫਾਰਮ ਹੁੰਦੀ ਹੈ ਕਾਮਨ ਓਰੀਐਂਟਡ ਬਿਜ਼ਨਸ ਓਰੀਐਂਟਡ ਲੈਂਗੁਏਜ, ਠੀਕ ਹੈ। ਕਾਮਨ ਬਿਜ਼ਨਸ ਓਰੀਐਂਟਡ ਲੈਂਗੁਏਜ, ਇਹ ਹੁੰਦੀ ਹੈ ਕੋਬੋਲ ਦੀ ਫੁੱਲ ਫਾਰਮ। ਇਹ ਇੱਕ ਲੈਂਗੁਏਜ ਹੈ, ਠੀਕ ਹੈ, ਇੱਕ ਸੋਫਟਵੇਅਰ ਨਹੀਂ ਹੈਗਾ। ਸੋ ਸਾਡਾ ਆਨਸਰ ਹੋ ਜਾਏਗਾ ਜੀ ਕੋਬੋਲ, ਕਾਮਨ ਬਿਜ਼ਨਸ ਓਰੀਐਂਟਡ ਲੈਂਗੁਏਜ। ਸੋ ਨੈਕਸਟ ਦੇਖਦੇ ਹਾਂ, ਇਹ ਵੀ ਇੰਪੋਰਟੈਂਟ ਕੁਐਸਚਨ ਹੈ। ਕੰਪਿਊਟਰ ਦੇ ਵਿੱਚ ਇਹ ਮਾਡਲ ਯੂਜ਼ ਹੁੰਦਾ ਹੈ, ਉਸਦਾ ਨਾਮ ਹੈ OSI ਦੀ ਫੁੱਲ ਫਾਰਮ ਪੁੱਛ ਲੈਂਦੇ ਆ। ਫੁੱਲ ਫਾਰਮ ਹੁੰਦੀ ਹੈ ਓਪਨ ਸਿਸਟਮ ਇੰਟਰਕਨੈਕਸ਼ਨ। ਔਰ ਇਸ ਦੇ ਵਿੱਚ ਲੇਅਰਸ ਕਿੰਨੀਆਂ ਹੁੰਦੀਆਂ ਨੇ? 7 ਲੇਅਰਸ, 7 ਲੇਅਰਸ ਹੁੰਦੀਆਂ ਨੇ। ਨੈਕਸਟ ਹੈ ਜੀ 1024 ਬਿੱਟ ਨੂੰ ਜੋੜ ਕੇ ਕੀ ਬਣਦਾ ਹੈ, ਠੀਕ ਹੈ। ਅਗਰ ਤੁਸੀਂ 1024 ਬਿੱਟ ਨੂੰ ਬਾਈਟਸ ਦੇ ਵਿੱਚ ਕਨਵਰਟ ਕਰੋ, ਠੀਕ ਹੈ, ਕਿੰਨੀਆਂ ਬਾਈਟਸ ਬਣਨੀਆਂ? ਸੋ ਮੈਂ ਤੁਹਾਨੂੰ ਦੱਸ ਦਿੰਦਾ, ਜਿਹੜੀ 1 ਬਾਈਟ ਹੁੰਦੀ ਆ ਉਹਦੇ ਵਿੱਚ ਹੁੰਦੇ ਨੇ 8 ਬਿਟਸ, ਠੀਕ ਹੈ। ਕਿੰਨੀਆਂ ਬਿਟਸ ਹੁੰਦੀਆਂ ਨੇ? 8 ਬਿਟਸ। ਤੁਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹੋ 8 ਬਿਟਸ ਨੂੰ ਤੁਸੀਂ ਜੋੜ ਦਿਓ, ਕੀ ਬਣਦਾ? 1 ਬਾਈਟ ਬਣਦਾ, ਠੀਕ ਹੈ, 1 ਬਾਈਟ ਬਣਦਾ 8 ਬਿਟਸ ਤੋਂ, ਠੀਕ ਹੈ। ਸੋ 1024 ਨੂੰ 8 ਤੇ ਡਿਵਾਈਡ ਕਰ ਲਓ, ਤੁਹਾਡਾ ਆਨਸਰ ਆ ਜਾਏਗਾ 128। ਸੋ 128 ਬਾਈਟ ਹੋ ਗਈਆਂ, ਠੀਕ ਹੈ। ਕਨਵਰਟ ਕਰਕੇ ਦੇਖ ਲਿਓ, ਜਿਹੜੀਆਂ 8 ਬਿਟਸ ਹੁੰਦੀਆਂ ਨੇ ਉਹਨਾਂ ਨੂੰ ਜੋੜ ਕੇ ਬਣਦਾ ਜੀ 1 ਬਾਈਟ। ਅਗਰ ਇੱਕ ਹੋਰ ਚੀਜ਼ ਦੱਸਦਾ, ਇੱਕ ਨਿੱਬਲ ਪੁੱਛ ਲੈਂਦੇ, ਨਿੱਬਲ ਦੇ ਵਿੱਚ ਕੀ ਹੁੰਦਾ? 4 ਬਿਟਸ, 4 ਬਿਟਸ ਨੂੰ ਜੋੜ ਕੇ ਕੀ ਬਣਦਾ? ਨਿੱਬਲ। ਇਹ ਵੀ ਜ਼ਰੂਰ ਯਾਦ ਰੱਖਿਓ। ਸੋ ਨੈਕਸਟ ਦੇਖਦੇ ਹਾਂ, ਮੈਕ ਆਪਰੇਟਿੰਗ ਸਿਸਟਮ। ਮੈਕ ਆਪਰੇਟਿੰਗ ਸਿਸਟਮ ਡਿਵੈਲਪ ਬਾਏ ਵਿਚ ਕੰਪਨੀ? ਮੈਕ ਮੈਂ ਤੁਹਾਨੂੰ ਕਰਾਤਾ ਐਪਲ ਹੈ। ਕਿਹਨੇ ਡਿਵੈਲਪ ਕੀਤਾ ਜੀ? ਐਪਲ ਨੇ। ਐਪਲ ਦੇ ਲੈਪਟਾਪਸ ਦੇ ਵਿੱਚ ਹੁੰਦਾ ਮੈਕ। ਨੈਕਸਟ ਦੇਖਦੇ ਹਾਂ ਜੀ, ਹੈੱਡਕੁਆਟਰ ਆਫ ਮਾਈਕਰੋਸੋਫਟ ਆਫਿਸ। ਸੋ ਜਿਹੜਾ ਮਾਈਕਰੋਸੋਫਟ ਆਫਿਸ ਹੈ, ਜਿਨ੍ਹਾਂ ਦੀ ਵਿੰਡੋ ਆਪਰੇਟਿੰਗ ਸਿਸਟਮ ਹੈ, ਇਹਨਾਂ ਦਾ ਹੈੱਡਕੁਆਟਰ ਕਿੱਥੇ ਹੈ? ਇਹਨਾਂ ਦਾ ਹੈਗਾ ਜੀ ਵਾਸ਼ਿੰਗਟਨ DC ਦੇ ਵਿੱਚ। ਵਾਸ਼ਿੰਗਟਨ DC ਦੇ ਵਿੱਚ ਹੈ ਜੀ ਇਹ ਹੈੱਡਕੁਆਟਰ। .gif, ਇਹ ਕੁਐਸਚਨ ਵੀ PSPCL 'ਚ ਆਇਆ ਸੀ ਲਾਸਟ ਟਾਈਮ, ਠੀਕ ਹੈ। ਇੱਕ ਐਕਸਟੈਂਸ਼ਨ ਹੁੰਦੀ ਹੈ, ਕਿਹੜੀ ਫਾਈਲ ਦੀ ਐਕਸਟੈਂਸ਼ਨ ਹੁੰਦੀ ਹੈ? ਇਹ ਹੁੰਦੀ ਇਮੇਜ ਫਾਈਲ ਦੀ। ਸੋ ਕੁਝ ਤੁਸੀਂ ਇਮੇਜ ਫਾਈਲ ਦੇਖੀਆਂ ਹੋਣਗੀਆਂ, ਵੈਸੇ ਕੋਈ ਇਮੇਜ ਹੈ ਉਹਦੀ ਜਿਹੜੀ ਐਕਸਟੈਂਸ਼ਨ ਹੁੰਦੀ ਹੈ .jpeg, ਠੀਕ ਹੈ। ਮੋਸਟਲੀ ਇਹ ਹੁੰਦੀ ਹੈ .jpeg ਜਾਂ ਇਸ ਤਰ੍ਹਾਂ ਵੀ ਦਿੱਤੀਆਂ .jpg, ਇਹ ਹੁੰਦੀ ਹੈ ਇਮੇਜ ਫਾਈਲ। .gif ਉਹ ਫਾਈਲ ਹੁੰਦੀ ਹੈ ਜਿਹੜੀ ਮੂਵਮੈਂਟ ਕਰਦੀ ਹੈ, ਠੀਕ ਹੈ। ਜਿਸ ਤਰ੍ਹਾਂ ਤੁਸੀਂ WhatsApp ਦੇ ਉੱਪਰ ਕੋਈ ਦੇਖੀ ਹੋਣੀ ਵੀ ਤੁਹਾਡੇ ਕੋਲ ਬਰਥਡੇ ਦੀ ਫੋਟੋ ਆਉਂਦੀ ਹੈ, ਉਹਦੇ ਉੱਪਰ ਕੀ ਮੂਵਮੈਂਟ ਹੋ ਰਹੀ ਹੁੰਦੀ ਹੈ ਕੈਂਡਲਸ ਵਗੈਰਾ ਦੀ, ਠੀਕ ਹੈ, ਫਲੈਸ਼ ਕਰ ਰਹੀਆਂ ਹੁੰਦੇ ਨੇ। ਸੋ ਉਹ ਹੁੰਦੀ ਹੈ .gif ਫਾਈਲ ਜਿਹੜੀ ਮੂਵਮੈਂਟ ਕਰਦੀ ਹੈ, ਉਹਦੇ ਉੱਪਰ ਆ ਰਿਹਾ ਹੁੰਦਾ ਨਾ ਮੂਵਮੈਂਟ ਕਰਕੇ ਹੈਪੀ ਬਰਥਡੇ ਟੂ ਯੂ ਜਾਂ ਇਸ ਤਰ੍ਹਾਂ, ਉਹ ਹੁੰਦੀ ਹੈ .gif ਫਾਈਲ, ਜਿਹੜੀ ਫਾਈਲ ਮੂਵਮੈਂਟ ਕਰਦੀ ਹੈ। ਸੋ ਐਕਸਟੈਂਸ਼ਨ ਹੁੰਦੀ ਕੀ ਹੈ? ਕੋਈ ਵੀ ਫਾਈਲ ਤੁਸੀਂ ਸੇਵ ਕਰਦੇ ਹੋ, ਜਿਵੇਂ ਤੁਸੀਂ ਨਾਮ ਦਿੱਤਾ ਸਟੂਡੈਂਟ, ਫਾਈਲ ਨੂੰ ਨਾਮ ਦਿੱਤਾ ਸਟੂਡੈਂਟ, ਉਹਦੇ ਉੱਪਰ ਅਗਰ ਲਾਸਟ ਦੇ ਉੱਪਰ student.doc ਲਿਖਿਆ, doc ਕੀ ਡਿਫਾਈਨ ਕਰਦਾ? ਇਟ ਇਜ਼ ਅ ਡਾਕੂਮੈਂਟ ਫਾਈਲ। ਔਰ .gif ਇਹ ਕੀ ਡਿਫਾਈਨ ਕਰਦਾ? ਕਿ ਇਹ ਇਮੇਜ ਫਾਈਲ ਹੈ, ਠੀਕ ਹੈ। ਉਹ ਤੁਸੀਂ ਮੂਵੀਜ਼ ਦੇ ਨੇਮ ਦੇ ਪਿੱਛੇ ਦੇਖਿਓ, ਮੂਵੀਜ਼ ਦੇ ਨੇਮ ਵਿੱਚ ਲਿਖਿਆ .mp4, ਉਹ ਕੀ ਡਿਫਾਈਨ ਕਰਦਾ? ਕਿ ਇਹ ਵੀਡੀਓ ਫਾਈਲ ਹੈ। MP4 ਤੋਂ ਸਾਨੂੰ ਦੇਖ ਕੇ ਪਤਾ ਲੱਗਿਆ
ਇੱਕ ਲਿਖਿਆ ਹੁੰਦਾ .mp3 ਠੀਕ ਹੈ। ਉਸ ਤੋਂ ਤੁਹਾਨੂੰ ਪਤਾ ਲੱਗ ਜਾਏ ਕਿ ਇਹ ਸੌਂਗ ਹੈ, ਇਹਦੇ ਵਿੱਚ ਇਕੱਲੀ ਆਵਾਜ਼ ਹੋਏਗੀ। ਸੋ ਇਸ ਤਰ੍ਹਾਂ ਇਹ ਫਾਈਲ ਨੂੰ ਡਿਫਾਈਨ ਕਰ ਦਿੰਦਾ ਐਕਸਟੈਂਸ਼ਨ। ਸੋ ਨੈਕਸਟ ਦੇਖਦੇ ਹਾਂ ਕੰਪਿਊਟਰ ਹਾਰਡ ਡਿਸਕ। ਕੰਪਿਊਟਰ ਹਾਰਡ ਡਿਸਕ ਆਈ ਸੀ 1956 ਦੇ ਵਿੱਚ। ਕਿਹੜੀ ਕੰਪਨੀ ਨੇ ਇੰਟਰੋਡਿਊਸ ਕੀਤੀ ਸੀ? ਇਹ ਕੀਤੀ ਹੈ ਜੀ IBM ਨੇ। ਹਾਰਡ ਡਿਸਕ ਜਿਹੜੀ ਕੰਪਿਊਟਰ ਡਿਸਕ ਆਈ ਹੈ 1956 ਦੇ ਵਿੱਚ ਆਈ ਹੈ, ਕਿਹੜੀ ਕੰਪਨੀ ਨੇ ਬਣਾਈ ਸੀ? ਇਹ IBM ਨੇ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ। ਸੋ ਅਗਰ ਤੁਸੀਂ ਸਾਡੀ ਵੀਡੀਓ ਫਸਟ ਟਾਈਮ ਦੇਖ ਰਹੇ ਹੋ ਤਾਂ ਸਾਡੇ YouTube ਚੈਨਲ GK ਫੈਨ ਨੂੰ ਸਬਸਕ੍ਰਾਈਬ ਕਰ ਲਓ, ਔਰ ਉਸ ਦੇ ਨਾਲ ਹੀ ਬੈਲ ਆਈਕਨ ਆ ਰਿਹਾ ਹੋਗਾ ਉਸ ਨੂੰ ਵੀ ਪ੍ਰੈਸ ਕਰ ਲਓ, ਤਾਂ ਕਿ ਤੁਹਾਨੂੰ ਆਉਣ ਵਾਲੇ ਸਾਰੇ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਔਰ ਪੰਜਾਬ ਪਟਵਾਰੀ ਐਗਜ਼ਾਮ ਲਈ ਮੈਂ ਸਪੈਸ਼ਲ ਇੱਕ ਗਰੁੱਪ ਕ੍ਰੀਏਟ ਕੀਤਾ ਟੈਲੀਗ੍ਰਾਮ ਦੇ ਉੱਪਰ। ਸੋ ਉਸਦਾ ਨਾਮ ਹੈ ਜੀ ਸੈਮ ਅਰੋੜਾ 636। ਸੋ ਇਹ ਸਰਚ ਕਰੋਗੇ ਟੈਲੀਗ੍ਰਾਮ ਦੇ ਉੱਪਰ ਸੈਮ ਅਰੋੜਾ 636 ਤਾਂ ਤੁਹਾਨੂੰ ਗਰੁੱਪ ਮਿਲੇਗਾ, ਇਸ ਨੂੰ ਵੀ ਜੁਆਇਨ ਕਰ ਲਓ। ਤਾਂ ਜਿੰਨੀਆਂ ਵੀ ਕੋਈ ਪੰਜਾਬ ਪਟਵਾਰੀ ਦੀਆਂ ਅਪਡੇਟਸ ਹੋਣਗੀਆਂ, ਕੋਈ PDFs ਹੋਇਆ ਕਰਨੀਆਂ ਮੇਰੇ ਕੋਲ, ਸੋ ਸਾਰੀਆਂ ਮੈਂ ਤੁਹਾਨੂੰ ਇਸ ਗਰੁੱਪ ਦੇ ਵਿੱਚ ਸ਼ੇਅਰ ਕਰ ਦਿਆ ਕਰੂੰਗਾ। ਔਰ ਇਸ ਜਿਹੜੇ ਟੈਲੀਗ੍ਰਾਮ ਦਾ ਮੈਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਵੀ ਦੇ ਦੂੰਗਾ। ਅਗਰ ਤੁਸੀਂ ਉਸ ਦੇ ਉੱਪਰ ਕਲਿੱਕ ਕਰਕੇ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਉੱਪਰ ਵੀ ਕਲਿੱਕ ਕਰਕੇ ਜੁਆਇਨ ਕਰ ਸਕਦੇ ਹੋ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ। ਮਿਲਦੇ ਹਾਂ ਨੈਕਸਟ ਵੀਡੀਓ 'ਚ।